ਅੱਜ ਅਸੀਂ ਯਸਾਇਆ ਨਬੀ ਦੀ ਪੋਥੀ ਦੇ ਵਿੱਚ ਹੀ ਰਵਾਂਗੇ। ਆਇਜ਼ਾ ਦੇ ਵਿੱਚ ਅਸੀਂ ਆਇਜ਼ਾ ਦੀ ਜ਼ਿੰਦਗੀ ਦੇ ਵਿੱਚ ਇੱਕ ਛੋਟਾ ਜਿਹਾ ਬਦਲਾਅ ਦੇਖਾਂਗੇ ਕਿ ਉਹ ਕਿੱਦਾਂ ਆਇਆ, ਉਹ ਕਿਉਂ ਆਇਆ। ਯਸਾਇਆ ਨਬੀ ਸਾਰੇ ਨਬੀਆਂ ਦਾ ਰਾਜਕੁਮਾਰ ਇਸ ਨੂੰ ਕਿਹਾ ਜਾਂਦਾ। ਉਸ ਦੇ ਪਿੱਛੇ ਇੱਕ ਕਾਰਨ ਆ ਕਿ ਜਿੰਨੀਆਂ ਭਵਿੱਖਬਾਣੀਆਂ, ਜਿੰਨੀ ਸਫਾਈ ਦੇ ਨਾਲ ਪ੍ਰਭੂ ਨੇ ਸਭ ਕੁਝ ਖੋਲ ਕੇ ਆਪਣੇ ਆਉਣ ਬਾਰੇ ਇਸ ਨੂੰ ਦਿਖਾਇਆ, ਉਹ ਕਿਸੇ ਨਬੀ ਨੇ ਨਹੀਂ ਦੇਖਿਆ। ਔਰ ਉਸ ਦੇ ਵਿੱਚ ਜਿਹੜੀ ਮੇਨ ਚੀਜ਼ ਸੀਗੀ ਇਹਦੇ ਵਿੱਚ, ਉਹ ਸੀ ਪ੍ਰਭੂ ਦੇ ਲਈ ਅਣਖ ਔਰ ਓਵਰ ਜ਼ੈਲਸ ਸੀ ਇਹ ਪ੍ਰਭੂ ਦੇ ਲਈ। ਇਸ ਨੇ ਪ੍ਰਭੂ ਦੇ ਨਾਮ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ, ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਦੀ ਤੜਥੱਲੀ ਮਚਾਈ ਹੋਈ ਸੀ ਯਹੂਦਾ ਦੇ ਇਲਾਕੇ ਦੇ ਵਿੱਚ। ਔਰ ਯਸਾਇਆ ਨਬੀ ਜਿਸ ਵੇਲੇ ਜਵਾਨ ਸੀਗਾ, ਉਸ ਵੇਲੇ ਪ੍ਰਭੂ ਨੇ ਇਸ ਨੂੰ ਆਪਣੇ ਲਈ ਇਸ ਨੂੰ ਛੂ ਲਿਆ ਸੀ ਔਰ ਆਪਣੇ ਵੱਲ ਨੂੰ ਕਰ ਲਿਆ ਸੀ। ਲੇਕਿਨ ਜਦੋਂ ਇਹ ਨਵਾਂ ਛੂ ਹੋਇਆ ਸੀ ਤਾਂ ਉਸ ਵੇਲੇ ਇਸ ਦੇ ਵਿੱਚ ਇੱਕ ਚੀਜ਼ ਸੀ, ਔਰ ਉਹ ਸੀਗੀ, ਉਸ ਨੂੰ ਕਹਿੰਦੇ ਹੈਗੇ ਸੈਲਫ ਰਾਈਚਸਨੈਸ, ਕਿ ਜਿਹੜੀ ਅਹਿਮ ਪ੍ਰਸਤੀ, ਜਿਹੜੀ ਥੋੜਾ ਜਿਹਾ ਅਹਿਮ ਪ੍ਰਸਤੀ ਸੀ ਕਿ ਮੈਂ ਕੁਛ ਹਾਂ। ਔਰ ਜਿਸ ਲਈ ਅਸੀਂ 5ਵੇਂ ਭਾਵ ਦੇ ਵਿੱਚ ਆਉਂਦੇ ਹਾਂ 1040 ਪੰਨਾ ਪੁਰਾਣੇ ਨਿਯਮ ਦਾ, ਔਰ ਉਸ ਦੀ 8 ਆਇਤ ਤੋਂ ਮੈਂ ਸਿਰਫ ਇੱਕ ਦੋ ਆਇਤਾਂ ਪੜ੍ਹੂੰਗਾ, ਤੁਹਾਨੂੰ ਮੈਂ ਆਇਤਾਂ ਦਿੰਦਾ ਜਾਊਂਗਾ ਤੇ ਆਪਾਂ ਪੜ੍ਹਦੇ ਜਾਵਾਂਗੇ। ਜਿਸ ਲਈ ਅਸੀਂ ਉੱਥੇ ਪਹੁੰਚਦੇ ਹਾਂ ਤੇ ਉਹ ਸਾਰਿਆਂ ਦੇ ਉੱਤੇ ਕਰਸਸ, ਜਿੱਦਾਂ ਤੁਸੀਂ ਇਹ ਕਹਿ ਲਓ ਸਰਾਫ ਘੱਲਦਾ ਪਿਆ। 1040 ਪੰਨਾ ਪੁਰਾਣੇ ਨਿਯਮ ਦਾ, ਯਸਾਇਆ ਨਬੀ ਦਾ 5ਵਾਂ ਭਾਵ। ਔਰ ਜਿਸ ਲਈ ਅਸੀਂ 8ਵੀਂ ਆਇਤ ਪੜ੍ਹਦੇ ਹਾਂ ਤੇ ਉਹ ਲੋਕਾਂ ਦੇ ਨਾਲ ਗੱਲ ਕਰਦਾ ਪਿਆ ਔਰ ਇਹ ਕਹਿ ਰਿਹਾ ਕਿ ਤੁਸੀਂ ਤਬਾਹ ਹੋ ਚੁੱਕੇ ਹੋ, ਤੁਸੀਂ ਘਰ ਅਤੇ ਖੇਤ ਹੋਰ ਮੁੱਲ ਲੈ ਰਹੇ ਹੋ ਅਤੇ ਆਪਣੇ ਪਹਿਲਿਆਂ ਦੇ ਵਿੱਚ ਹੋਰ ਤਾਂ ਕਿ ਹੋਰ ਵਾਧਾ ਕਰੋ, ਪਰ ਛੇਤੀ ਹੀ ਪਿੱਛੇ ਤੁਹਾਡੇ ਨੇੜੇ ਹੋਰ ਕੋਈ ਥਾਂ ਨਹੀਂ ਬਚੇਗੀ। ਫਿਰ ਤੁਸੀਂ ਜਿਸ ਲਈ ਅਸੀਂ 11ਵੀਂ 'ਚ ਆਉਂਦੇ ਹਾਂ, ਤੁਸੀਂ ਤਬਾਹ ਹੋ ਚੁੱਕੇ ਹੋ ਕਿ ਤੁਸੀਂ ਸਵੇਰ ਸਾਰ ਉੱਠਦੇ ਹੀ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹੋ ਅਤੇ ਰਾਤ ਦੇ ਵੇਲੇ ਦੇਰ ਤੱਕ ਜਾਗਦੇ ਹੋ ਕਿ ਤੁਸੀਂ ਹੋਰ ਅਧਿਕ ਤੋਂ ਅਧਿਕ ਨਸ਼ਾ ਕਰੋ। ਤੁਹਾਡਿਆਂ ਭੋਜਾਂ ਵੇਲੇ ਤੁਹਾਡੇ ਕੋਲ ਬਰਬਤ, ਸਿਤਾਰ, ਡਫ, ਬੰਸਰੀ, ਸ਼ਰਾਬ ਹੁੰਦੀ ਹੈ, ਪਰ ਤੁਸੀਂ ਪ੍ਰਭੂ ਦੇ ਕਿਸੇ ਕੰਮ ਨੂੰ ਨਹੀਂ ਸਮਝਦੇ ਹੋ। 18ਵੀਂ ਆਇਤ, ਤੁਸੀਂ ਤਬਾਹ ਹੋ ਚੁੱਕੇ ਹੋ, ਤੁਸੀਂ ਪਾਪ ਦੇ ਬੰਧਨਾਂ ਨੂੰ ਨਹੀਂ ਤੋੜ ਰਹੇ ਹੋ। ਤੁਸੀਂ ਕਹਿੰਦੇ ਹੋ ਕਿ ਪ੍ਰਭੂ ਨੂੰ ਉਹ ਸਭ ਤੁਰੰਤ ਕਰਨ ਦਿਓ ਜੋ ਉਹ ਕਰਨਾ ਚਾਹੁੰਦਾ ਹੈ। ਫਿਰ 20ਵੀਂ ਆਇਤ, ਤੁਸੀਂ ਤਬਾਹ ਹੋ ਚੁੱਕੇ ਹੋ, ਤੁਸੀਂ ਬੁਰਾਈ ਨੂੰ ਚੰਗਾ ਅਤੇ ਚੰਗਾਈ ਨੂੰ ਬੁਰਾ ਕਹਿੰਦੇ ਹੋ। 21ਵੀਂ ਆਇਤ, ਤੁਸੀਂ ਤਬਾਹ ਹੋ ਚੁੱਕੇ ਹੋ, ਤੁਸੀਂ ਆਪਣੇ ਆਪ ਨੂੰ ਬਹੁਤ ਬੁੱਧੀਮਾਨ ਅਤੇ ਚਲਾਕ ਸਮਝਦੇ ਹੋ। ਸੋ ਉਸਨੇ ਕਿਸੇ ਵੀ ਸ਼੍ਰੇਣੀ ਨੂੰ ਛੱਡਿਆ ਨਹੀਂ। ਉਸਦੀ ਉਂਗਲੀ ਸਾਰਿਆਂ ਵੱਲ ਨੂੰ ਉੱਠੀ ਹੋਆ ਕਿ ਤੂੰ ਵੀ ਤਬਾਹ ਹੋ ਚੁੱਕਾ ਆ, ਤੂੰ ਵੀ ਤਬਾਹ ਹੋ ਚੁੱਕਾ ਆ, ਤੂੰ ਵੀ ਤਬਾਹ ਹੋ ਚੁੱਕਾ ਹੈ, ਤੂੰ ਵੀ ਤਬਾਹ ਹੋ ਚੁੱਕਾ ਆ। ਲੇਕਿਨ ਉਸਨੂੰ ਇੰਨਾ ਨਹੀਂ ਪਤਾ ਕਿ ਜਿਹੜੀਆਂ ਬਾਕੀ ਦੀਆਂ 3 ਮੇਰੇ ਵੱਲ ਨੂੰ ਮੁੜੀਆਂ। ਮੈਂ ਉਹਨਾਂ ਨੂੰ ਤਾਂ ਕਹਿ ਰਿਹਾ ਕਿ ਤੁਸੀਂ ਤਬਾਹ ਹੋ ਚੁੱਕੇ ਆ, ਉਹ ਇੱਕ ਉਂਗਲੀ ਆ ਬਾਕੀਆਂ ਦੇ ਵੱਲ, ਬਾਕੀ ਦੀਆਂ 3 ਮੇਰੇ ਵੱਲ ਨੂੰ। ਇਸ ਚੀਜ਼ ਨੂੰ ਨਹੀਂ ਉਸਨੇ ਸਮਝਿਆ ਔਰ ਹੁਣ ਪ੍ਰਭੂ ਨੇ ਉਸਨੂੰ ਸਾਫ਼ ਕਰਨਾ। ਦੇਖੋ ਪ੍ਰਭੂ ਦੇ ਬਚਨ ਦੇ ਵਿੱਚ ਮੇਰੇ ਨਾਲ ਆਓ, 6ਵੇਂ ਭਾਵ ਦੇ ਵਿੱਚ ਆ ਜਾਓ। ਰਾਜਾ ਉਜੀਆ ਦੀ ਮੌਤ ਵਾਲੇ ਸਾਲ ਦੇ ਵਿੱਚ ਮੈਂ ਪ੍ਰਭੂ ਦਾ ਦਰਸ਼ਨ ਦੇਖਿਆ। ਉਹ ਉੱਚੇ ਅਤੇ ਪ੍ਰਭਾਵਸ਼ਾਲੀ ਸਿੰਘਾਸਨ ਦੇ ਉੱਤੇ ਬੈਠਾ ਹੋਇਆ ਸੀ। ਉਸਦੇ ਸ਼ਾਹੀ ਲਿਬਾਸ ਦੇ ਨਾਲ ਸਾਰਾ ਮੰਦਰ ਭਰਿਆ ਹੋਇਆ ਸੀ।
ਉਸ ਦੇ ਚਾਰੇ ਪਾਸੇ दैवी प्राणी खड़े सी, जिन्हां दे 6-6 खंभ सन। हर प्राणी 2 खंभां दे नाल अपने मूँह नूं ढकदा, 2 खंभां दे नाल अपना शरीर ढकदा अते 2 खंभां दे नाल उड़दा सी। ਉਹ एक दूजे नूं पुकार के कह रहे सी, पवित्र पवित्र पवित्र, सर्वशक्तिमान प्रभु पवित्र है, उसका प्रताप संसार नूं भरदा है। उन्हां दियां आवाज़ां दे नाल मंदिर दियां नीआं हिल गईयां अते पूरे दा पूरा मंदिर धुएं दे नाल भर गया। तद मैं बोलिया, मैं नाश हो गया, मेरे बचन की कोई उम्मीद नहीं है। मेरे मूँह विचों निकलण वाला हर बोल गंदा है अते मैं गंदे बोल बोलण वाले लोकां दे विच रहिंदा हां। ये होण ते भी मैं महान प्रभु राजा नूं अपणियां अखां दे नाल देखिया है। उसनूं जो उसने इस दर्शन दे विच देखिया आ, वो एक शीशा आ, वो एक ऐसा शीशा आ जिस दे विच सानू अपने अंतकरण दा पाप दिखाई दिंदा, अपने मन दा पाप, अपनियां सोचां दा जिहड़ा पाप आ वो दिखाई दिंदा। पर इन्हां अखां दे नाल सानू सिर्फ दूसरे दा पाप दिखाई दिंदा। ओह यसाया नबी जिहड़ा सारी दुनिया नूं तबाह करदा फिर रहा सी कि तू भी तबाह होया गया, तू भी तबाह आ, ते तू भी तबाह आ, ते तू भी तबाह आ, हुण वो अपने आप नूं कह रहा कि मैं तबाह आ, मैं तबाह, मैं इसके योग नहीं, मैं इसके योग नहीं। क्यों? राजा उजिया एक चंगा राजा सी। राजा उजिया 16 साल की उम्र दे विच राजा बन गया सी और उसने 52 साल यहूदा ते राज किया और उसने बड़े काम भले किए अपने समय दे विच। पर जिहड़े लोग सीगे, लोकां ने बुत परस्ती करनी बंद नहीं की और उन्हें हटाया नहीं। बस उहदे ते इहो ही एक सीगी पाप सीगा कि उसने हटाया नहीं उन्होंने, पर उसने अपनी जिंदगी दे विच अपने आप नूं प्रभु की हजूरी दे विच बना के रखिया। और सारे समझदे सी कि उजिया आ जिहड़ा शायद सानू पाप दे विचों कड्डूगा। बड़ा लोकां दा माण सी राजा उजिया दे लई, लेकिन जिसले वो मर गया तो खालीपन छा गया। नाउ व्हाट? वो जिहड़ियां उन्होंने अपने आले दुआले कंधां बनाईयां सीगियां, जिहड़ियां सीगियां, वो दस दिता कि नहीं, ये तो साह दा बुलबुला है, ये तो मरिया पिया। और उहदा धक्का जिहड़ा सी वो इसनूं बहुत लगा। डिप्रैशन की हालत दे विच सी जिस वेले प्रभु ने इसनूं दर्शन दिता, जिस वेले प्रभु ने इसनूं उठाड़ के खड़ा किया। मैं तबाह हो चुका। देखो कि प्रभु का सिंघासन, तो उसने प्रभु नूं बैठे देखिया और उसके आले दुआले दैवी जिहड़े हैगे आ प्राणी खड़े आ और उन्हां दे विचों दो अपनियां अखां नूं ढकदे, अपने मूँह नूं ढकदे प्रभु वाल देख नहीं सकदे, हो उस महिमा वाल नहीं देख रहे हो, अपने पैरां नूं ढकदे आ और दो दे नाल बिल्कुल तैयार आ। हुक्म दे तो मैं की करा, व्हाट इज नैक्सट? रोजिया असीं देखते पे हैं कि यसाया उत्थे खड़ा है और फिर वो कह रहा कि मैं तबाह हो चुका, मैं पापी इंसान, मैं गंदे बोल बोलन वाला इंसान। उसने उत्थे दिखाई दिता, मैं गंदे बोल बोलन वाला इंसान और मैं गंदे बोल बोलन वाले लोकां दे विच रहना। कहण दा की मतलब, मैं उन्हां दे नालों किते बहुता चंगा नहीं, पर मैं फिर भी प्रभु परमेश्वर नूं अपनियां अखां दे नाल देखिया।
मैं तबाह हो चुका। और प्रभु ने देखो किंडी बड़ी किरपा की। तद 6वीं आयत मेरे नाल आ जाओ। तद एक प्राणी ने चिमटे दे नाल वेदी दे विचों एक मग दा कोड़ा लिया, वो उड़ के मेरे कोल आ गया अते उसने वो मग दा कोड़ा मेरे बुल्लां नूं लाया अते क्या, देख इसने तेरे बुल्लां नूं छुया है अते हुण तेरा अपराध नाश हो गया है अते तेरे पाप माफ हो गए हैं। हुण असीं अपनी जिंदगी दे विच भी इहो चीज़ां देखांगे कि सब तो पहली चीज़ जिहड़ी प्रभु साडी जिंदगी दे विच करदा वो है माफ़ी। और वो एक दिन की माफ़ी नहीं, वो माफ़ी पिछली, वो अज दी और वो आने वाली दिन दे लिए भी। माफ़ी संपूर्ण आ उसकी, अपूर्ण नहीं, संपूर्ण माफ़ी। वो माफ़ी दिंदा, वो सानू सब तो पहला साडा पाप जिहड़ा ना उसनू माफ़ करदा, क्योंकि जिस वेले पाप नू वो माफ़ करदा फिर साडे विच ते उहदे विच एक रिश्ता बनदा, उहदे विच और साडे विच एक रिश्ता बनदा। सो देखो कहंदा तद एक प्राणी ने चिमटे दे नाल वेदी तो एक मग दा होला कोड़ा लिया, वो उड़ के मेरे कोल आ गया अते उसने मग दा कोड़ा मेरे बुल्लां नूं लाया अते क्या, देख इसने तेरे बुल्लां नूं छुया है, हुण तेरा अपराध नाश हो गया है अते तेरे पाप माफ हो गए हैं। तद मैं प्रभु नूं कहंदे सुनिया, मैं किसनूं कल्लां, मेरा संदेशवाहक कौन बनेगा। और फिर उसने क्या, मैं उत्तर दिता, मैं जावांगा, मैनू कल, मैं जावांगा, मैनू कल। और ये प्रभु की महानता इत्थे असीं ये देखते पे हैं कि उसने एक ऐसे इंसान नूं चुनिया जिसनूं सारी दुनिया ही बुरी लगती पई है, सारी दुनिया उसनूं बुरी लगती पई, और प्रभु उसनूं चुन के घलदा पिया कि तू जा। और अगे मेरे नाल तो असीं 9वें भाव दे विच आ जांगे, 9वें भाव दे विच आ जांगे। और उसनूं फिर प्रभु ने दिखाना शुरू किया कि इन्हां ही पापी लोकां नूं जिसनूं तू कह रहा कि तुसीं तबाह हो चुके हैं, तुसीं तबाह हो चुके हैं, तुसीं तबाह हो चुके हैं, मैं इन्हां ही पापी लोकां दे लई कोई काम करन जा रहा। मैं इन्हां नूं ही तेरे जिद्दां मैं तैनूं बचाया, इन्हां नूं भी हुण मैं उसे ही तरह बचाउण जा रहा। और फिर प्रभु का शब्द उसदे उत्ते नाज़र होण लगा, प्रभु का शब्द उसदे उत्ते उतरन लगा, प्रभु के शब्द दे नाल उसनूं प्रभु ने उसनूं दिखाउणा शुरू किया, मसीह दे आउण दे बारे दिखाउणा शुरू किया कि मसीह कौन होएगा। सो सब तो पहला असीं देखते पे हैं शांति का राजकुमार, मसीह शांति का राजकुमार। और मैं 8वें भाव की 21 आयत तो शुरू करूँगा और 9वें भाव की 7 आयत तक जाऊँगा। उस समय लोग धरती उत्ते इधर उधर बिना किसी सहारे दे भुखे पाने फिरनगे। वो भुख के कारण क्रोधित होकर अपने राजा अते परमेश्वर नूं सराफ देणगे। वो उपर आकाश हेठ धरती वाल देखणगे, पर उन्हां नूं हर पासे विपता अते हनेरा दिखाई देवेगा अते वो भयंकर हनेरे दे वल कढ़े जाणगे। तद उन्हां नूं इस विपता तो बचण दे लई कोई सहारा नहीं लभेगा। यानी कि लोकां दा हाल दस्सिया कि उस समय लोकां दे विच की हो रहा होएगा। उस वेले मेरे ये जड़ा मैं इसराइल इन्हां नूं दिता हैगा, उस समय इन्हां दी हालत की होएगी। और बेसिकली असी जानते हैं कि रोम का राज सी, और रोम का राज कोई इन्ना असी ये नहीं कह सकते कि वो इन्ना प्यार करने वाले
ਲੋਕ ਸੀ। ਗੁਜ਼ਰੇ ਸਮੇਂ ਵਿੱਚ ਜਬਲੂਨ ਅਤੇ ਨਫਤਾਲੀ ਦੇ ਕਬੀਲਿਆਂ ਦੀ ਧਰਤੀ ਨੂੰ ਤੁੱਛ ਸਮਝਿਆ ਗਿਆ ਸੀ, ਪਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਤੀ ਅਰਥਾਤ ਵੱਡੇ ਸਮੁੰਦਰ ਦੇ ਪੂਰਬੀ ਪਾਸੇ ਤੋਂ ਲੈ ਕੇ ਜਰਦਨ ਦਰਿਆ ਦੇ ਦੂਜੇ ਪਾਰ ਤੱਕ, ਜਿਸ ਵਿੱਚ ਪਰਾਈਆਂ ਕੌਮਾਂ ਦੇ ਰਹਿਣ ਦਾ ਇਲਾਕਾ ਗਲੀਲ ਵੀ ਹੈ, ਆਦਰ ਪ੍ਰਾਪਤ ਕਰੇਗੀ। ਸੋ ਸਭ ਤੋਂ ਪਹਿਲਾਂ ਜਿਸ ਨੂੰ ਉਹ ਤੁੱਛ ਸਮਝਦੇ, ਇਸ ਧਰਤੀ ਨੂੰ ਇੰਨਾ ਤੁੱਛ ਸਮਝਿਆ ਜਾਂਦਾ ਸੀ ਕਿ ਇੰਨਾ ਘਟੀਆ ਸਮਝਿਆ ਜਾਂਦਾ ਸੀ ਇੱਥੇ ਦੇ ਲੋਕਾਂ ਨੂੰ ਕਿ ਜਿਸ ਵੇਲੇ ਸੋਲੋਮਨ ਮੰਦਿਰ ਬਣਾ ਰਿਹਾ ਸੀ ਤਾਂ ਇੱਕ ਰਾਜੇ ਨੇ ਬਹੁਤ ਸਾਰੀ ਲੱਕੜੀ, ਬਹੁਤ ਸਾਰਾ ਸੋਨਾ ਦਿੱਤਾ ਸੀ ਮੰਦਿਰ ਦੇ ਉੱਤੇ ਲਾਉਣ ਨੂੰ। ਔਰ ਜਿਸ ਵੇਲੇ ਉਸਨੇ ਮੰਦਿਰ ਤਿਆਰ ਹੋ ਗਿਆ ਤੇ ਸੋਲੋਮਨ ਨੇ ਕਿਹਾ ਕਿ ਮੈਂ ਤੈਨੂੰ ਗਲੀਲ ਦੇ 20 ਨਗਰ ਦਿੱਤੇ। ਉਹ ਦੇਖਣ ਗਿਆ ਔਰ ਜਿਸੇ ਦੇਖੇ ਉਸਨੇ ਉਹ ਨਗਰ, ਉਸਨੇ ਕਿਹਾ ਕਿ ਆ ਮੈਨੂੰ ਤੂੰ ਕੀ ਦੇਣ ਲੱਗਾ। ਉਸਨੇ ਉਹਨਾਂ ਨੂੰ ਨਾ ਕਬੂਲ ਕਹਿ ਦਿੱਤਾ। ਉੱਥੇ ਜਿਹੜਾ ਉਹਨਾਂ ਦਾ ਜਿਹੜਾ ਨਾਂ ਰੱਖ ਦਿੱਤਾ, ਉਹ ਨਾ ਕਬੂਲ, ਕਿ ਮੈਂ ਕਬੂਲ ਨਹੀਂ ਕਰਨੇ, ਇਹ ਤੂੰ ਆਪਣੇ ਕੋਲ ਹੀ ਰੱਖ। ਉਸ ਇਲਾਕੇ ਦਾ ਨਾਂ ਨਾ ਕਬੂਲ ਪੈ ਗਿਆ ਸੀ। ਲੇਕਿਨ ਅੱਗੇ ਦੇਖੋ, ਉਸੇ ਹੀ ਧਰਤੀ ਨੂੰ ਪ੍ਰਭੂ ਭਾਗ ਲਾਉਣ ਜਾ ਰਿਹਾ। ਪ੍ਰਭੂ ਯਿਸੂ ਮਸੀਹ ਨੇ ਇੱਕ ਪਾਪੀ ਨੂੰ ਹੀ ਉੱਚਾ ਨਹੀਂ ਚੱਕਿਆ। ਉਹ ਧਰਤੀ, ਬੈਤਲਹਮ ਦੀ ਧਰਤੀ ਜਿਹੜੀ ਨਾ ਕਬੂਲ ਸੀ, ਪ੍ਰਭੂ ਨੇ ਉਸ ਉੱਤੇ ਵੀ ਬਰਕਤ ਪਾਈ। ਕਹਿੰਦਾ ਉਹ ਧਰਤੀ ਆਦਰ ਪ੍ਰਾਪਤ ਕਰੇਗੀ, ਉਹ ਧਰਤੀ ਆਦਰ ਪ੍ਰਾਪਤ ਕਰੇਗੀ। ਅੱਜ ਜਿਹੜੀ ਵੀ ਚਰਚ ਦੇ ਵਿੱਚ ਜਾਓਗੇ, ਰੇਡੀਓ ਸਟੇਸ਼ਨ ਲਾਓਗੇ ਤਾਂ ਬੈਤਲਹਮ ਦੇ ਗੀਤ ਗਾਏ ਜਾ ਰਹੇ, ਉਸ ਸ਼ਹਿਰ ਦੇ ਗੀਤ ਗਾਏ ਜਾ ਰਹੇ, ਉਸ ਸ਼ਹਿਰ ਨੂੰ ਬਰਕਤ ਦਿੱਤੀ ਜਾ ਰਹੀ ਹੈ। ਸੋ ਸਭ ਤੋਂ ਪਹਿਲਾਂ ਉਸ ਇਲਾਕੇ ਨੂੰ ਪ੍ਰਭੂ ਕਹਿੰਦਾ ਮੈਂ ਬਰਕਤ ਦਊਂਗਾ, ਉਹ ਆਦਰ ਪ੍ਰਾਪਤ ਕਰੇਗੀ। ਜੋ ਲੋਕ ਹਨੇਰੇ ਵਿੱਚ ਚੱਲਦੇ ਹਨ ਉਹਨਾਂ ਨੇ ਇੱਕ ਵੱਡਾ ਚਾਨਣ ਦੇਖਿਆ ਹੈ। ਉਹ ਮੌਤ ਦੇ ਸਾਏ ਦੇ ਵਿੱਚ ਰਹਿੰਦੇ ਸਨ, ਪਰ ਹੁਣ ਉਹਨਾਂ ਉੱਤੇ ਜੀਵਨ ਦੀ ਜੋਤ ਚਮਕੀ ਹੈ। ਸੋ ਦੋ ਚੀਜ਼ਾਂ ਇੱਥੇ ਕਹੀਆਂ ਗਈਆਂ। ਜੋ ਲੋਕ ਹਨੇਰੇ ਵਿੱਚ ਚੱਲਦੇ ਸਨ ਔਰ ਇੱਧਰ ਉੱਧਰ ਭਟਕਦੇ ਫਿਰਦੇ ਸੀ, ਜੋ ਲੋਕ ਹਨੇਰੇ ਦੇ ਵਿੱਚ ਚੱਲਦੇ ਸਨ ਉਹਨਾਂ ਨੇ ਇੱਕ ਵੱਡਾ ਚਾਨਣ, ਜੋ ਮੌਤ ਦੇ ਸਾਏ ਦੇ ਵਿੱਚ ਰਹਿੰਦੇ ਸਨ ਉਹਨਾਂ ਦੇ ਲਈ ਜੀਵਨ ਦੀ ਜੋਤ। ਠੀਕ, ਅੱਛਾ, ਪ੍ਰਭੂ ਤੂੰ ਉਹਨਾਂ ਨੂੰ ਵੱਡੀ ਖੁਸ਼ੀ ਦਿੱਤੀ ਹੈ। ਉਹ ਮੌਤ ਦੇ ਸਾਏ ਦੇ ਵਿੱਚ ਰਹਿੰਦੇ ਸਨ, ਪਰ ਹੁਣ ਉਹਨਾਂ ਉੱਤੇ ਜੀਵਨ ਦੀ ਜੋਤ ਚਮਕੀ ਹੈ। ਪ੍ਰਭੂ ਤੂੰ ਉਹਨਾਂ ਨੂੰ ਵੱਡੀ ਖੁਸ਼ੀ ਦਿੱਤੀ ਹੈ ਅਤੇ ਉਹ ਉਹਨਾਂ ਨੂੰ ਆਨੰਦਿਤ ਕੀਤਾ ਹੈ ਅਤੇ ਉਹ ਤੇਰੇ ਕੀਤੇ ਤੋਂ ਉਸੇ ਤਰ੍ਹਾਂ ਖੁਸ਼ ਹੋਏ ਹਨ ਜਿਸ ਤਰ੍ਹਾਂ ਫਸਲ ਕੱਟਣ ਸਮੇਂ ਜਾਂ ਲੁੱਟ ਦਾ ਮਾਲ ਵੰਡਣ ਦੇ ਸਮੇਂ ਲੋਕ ਖੁਸ਼ ਹੁੰਦੇ। ਇੱਕ ਤਰ੍ਹਾਂ ਦਾ ਲੋਕਾਂ ਨੂੰ ਆਨੰਦ, ਇੱਕ ਖੁਸ਼ੀ ਹਨੇਰੇ ਵਿੱਚੋਂ ਕੱਢ ਕੇ ਪ੍ਰਭੂ ਨੇ ਉਹਨਾਂ ਨੂੰ ਚਾਨਣ ਦਿੱਤਾ। ਗਮ ਦੇ ਸਾਏ ਦੇ ਵਿੱਚੋਂ ਕੱਢ ਕੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇੱਕ ਖੁਸ਼ੀ ਦਿੱਤੀ ਆ। ਔਰ ਅੱਗੇ ਦੇਖੋ, ਤੂੰ ਉਹਨਾਂ ਦੇ ਭਾਰੇ ਜੂਲੇ ਨੂੰ ਤੋੜ ਦਿੱਤਾ ਅਤੇ ਉਹਨਾਂ ਨੂੰ ਮਾਰਨ ਵਾਲੀ ਲਾਠੀ ਨੂੰ ਭੰਨ ਦਿੱਤਾ ਅਤੇ ਉਹਨਾਂ ਉੱਤੇ ਅਤਿਆਚਾਰ ਕਰਨ ਵਾਲੀ ਕੌਮ ਨੂੰ ਹਰਾਇਆ ਜਿਸ ਤਰ੍ਹਾਂ ਮਦਿਆਨੀ ਸੈਨਾ ਨੂੰ ਹਰਾਇਆ ਸੀ। ਆਓ, ਇੱਕਦਮ ਐਡੀ ਵੱਡੀ ਚੇਂਜ, ਜਿਸ ਲਗਾ ਇੱਕ ਹਨੇਰਾ ਤੇ ਚਾਨਣ, ਜਿੱਦਾਂ ਕਿ ਲਾਈਟਾਂ ਬੰਦ ਆ ਤੇ ਲਾਈਟਾਂ ਜਗ ਪਈਆਂ। ਇਸ ਕੰਪਲੀਟਲੀ ਦੈਟ ਵੇ, ਜਿਸ ਤਰ੍ਹਾਂ ਪਿੱਛੇ ਉਹ ਦਰਖਤ ਦੀ ਫੋਟੋ ਕਿਸੇ ਨੇ ਬਣਾਈ ਹੋਆ, ਅਗਰ ਤੁਸੀਂ ਉਸ ਪੇੜ ਨੂੰ ਦੇਖੋਗੇ, ਸੀਨਰੀ ਨੂੰ ਦੇਖੋਗੇ ਤਾਂ ਇੱਧਰਲੇ ਪਾਸਿਓਂ ਸਾਰੀਆਂ ਸੁੱਕੀਆਂ ਟਾਹਣੀਆਂ ਪਈਆਂ ਔਰ ਇੱਧਰਲੇ ਪਾਸੇ ਇੱਦਾਂ ਲੱਗਦਾ ਜਿੱਦਾਂ ਲਾਵਾ ਚੱਲਦਾ ਹੁੰਦਾ, ਲੇਕਿਨ ਤੁਸੀਂ ਅਗਰ ਇੱਧਰਲੇ ਪਾਸੇ ਦੇਖੋ ਤਾਂ ਸਭ ਹਰਿਆਲੀ। ਸੋ ਬੇਸਿਕਲੀ ਇੱਧਰਲਾ ਪਾਸਾ ਵੀ ਜਿਹੜਾ ਸੀ ਉਹਨਾਂ ਦੀ ਜ਼ਿੰਦਗੀ ਦੇ ਨਾਲ ਭਰ ਗਿਆ। ਇੱਥੇ ਸਾਨੂੰ ਇਹ ਦੇਖਦੇ ਪਏ ਆ ਜਿਹੜੇ ਲੋਕ ਉਹਨਾਂ ਉੱਤੇ ਚੜ੍ਹਾਈ ਕਰਦੇ, ਚੜ੍ਹਾਈ ਕਰਨ ਵਾਲੇ ਸੈਨਾ ਦੇ ਬੂਟ ਅਤੇ ਲਹੂ ਦੇ ਨਾਲ ਰੰਗੇ ਕੱਪੜੇ ਅੱਗ ਦੇ ਨਾਲ ਨਾਸ਼ ਹੋ ਜਾਣਗੇ। ਤੇਰੇ ਤੇ ਹਮਲਾ ਕਰਨ ਵਾਲੇ ਨਹੀਂ ਰਹਿਣਗੇ। ਫਿਰ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਿਆ ਇਹ ਸਾਰੀਆਂ ਚੀਜ਼ਾਂ ਕਿਉਂ ਹੋਈਆਂ, ਹਾਊ ਦਿਸ ਹੈਪਨ, ਇਹ ਕਿੱਦਾਂ ਹੋਈਆਂ, ਇਹ ਕਿਹਨੇ ਕੀਤੀਆਂ। ਸਾਡੇ ਲਈ ਇੱਕ ਬਾਲਕ ਪੈਦਾ ਹੋਇਆ, ਪੁੱਤਰ ਸਾਨੂੰ ਦਿੱਤਾ ਗਿਆ, ਪੁੱਤਰ ਸਾਨੂੰ ਦਿੱਤਾ ਗਿਆ।
ਸਾਡੇ ਲਈ ਇੱਕ ਬਾਲਕ ਪੈਦਾ ਹੋਇਆ ਔਰ ਇੱਕ ਪੁੱਤਰ ਸਾਨੂੰ ਦਿੱਤਾ ਗਿਆ। ਉਸਨੇ ਇੱਕ ਪੁੱਤਰ ਦਿੱਤਾ, ਪੁੱਤਰ ਪੈਦਾ ਨਹੀਂ ਹੋਇਆ, ਪੁੱਤਰ ਸਾਨੂੰ ਦਿੱਤਾ ਗਿਆ। ਬਾਲਕ ਦੇ ਰੂਪ ਦੇ ਵਿੱਚ ਇੱਕ ਪੁੱਤਰ ਸਾਨੂੰ ਦਿੱਤਾ ਗਿਆ, ਇੱਕ ਪੁੱਤਰ ਸਾਨੂੰ ਦਿੱਤਾ ਗਿਆ। ਉਸ ਦਾ ਨਾਂ ਇਸ ਤਰ੍ਹਾਂ ਲਿਆ ਜਾਏਗਾ, ਅਦਭੁਤ ਸਲਾਹਕਾਰ, ਅਨੰਤ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਉਸ ਦਾ ਨਾਮ, ਇਹ ਯਿਸੂ ਦੇ ਨਾਮ ਆ, ਇਹ ਸਭ ਕੁਝ ਉਸ ਦੇ ਨਾਮਾਂ ਦੇ ਵਿੱਚ ਛੁਪਿਆ ਆ। ਅਦਭੁਤ ਸਲਾਹਕਾਰ, ਕਿ ਅਸੀਂ ਕੋਈ ਵੀ ਚੀਜ਼ ਆਪਣੇ ਪ੍ਰਭੂ ਦੇ ਕੋਲ ਲੈ ਕੇ ਜਾ ਸਕਦੇ, ਨਿੱਕੀ ਤੋਂ ਨਿੱਕੀ, ਵੱਡੀ ਤੋਂ ਵੱਡੀ। ਔਰ ਇਹੋ ਹੀ ਇਸ ਦੇ ਵਿੱਚ ਉਸ ਦੀ ਅਦਭੁਤਤਾ ਸਮਾਯੂ ਆ ਕਿ ਅਸੀਂ ਉਸ ਦੇ ਕੋਲ ਜਾ ਸਕਦੇ ਹਾਂ। ਅੱਗੇ ਦੇਖੋ, ਅਗਲੀ ਚੀਜ਼ ਦੇਖੋ, ਅਨੰਤ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਔਰ ਇਸ ਦੇ ਵਿੱਚੋਂ ਅਸੀਂ ਸਾਰੀਆਂ ਚੀਜ਼ਾਂ ਆਪਣੇ ਪ੍ਰਭੂ ਦੀਆਂ ਪ੍ਰਾਪਤ ਕਰਦੇ ਹਾਂ। ਉਸ ਦਾ ਸ਼ਾਹੀ ਸ਼ਕਤੀ ਹਮੇਸ਼ਾ ਵੱਧਦੀ ਜਾਏਗੀ, ਉਸ ਦੇ ਰਾਜ ਦੇ ਵਿੱਚ ਹਮੇਸ਼ਾ ਸ਼ਾਂਤੀ ਰਹੇਗੀ। ਉਹ ਰਾਜਾ ਦਾਊਦ ਦੀ ਰਾਜ ਗੱਦੀ ਦਾ ਉੱਤਰਾਧਿਕਾਰੀ ਹੋਏਗਾ ਅਤੇ ਉਸ ਦੀ ਰਾਜ ਸ਼ਕਤੀ ਦਾ ਆਧਾਰ ਹੁਣ ਤੋਂ ਲੈ ਕੇ ਅੰਤ ਤੱਕ ਭਲਾਈ ਅਤੇ ਨਿਆਂ ਹੋਵੇਗਾ ਅਤੇ ਸਰਵ ਸ਼ਕਤੀਮਾਨ ਪ੍ਰਭੂ ਆਪ ਇਹ ਸਭ ਕਰੇਗਾ। ਇਹ ਸਭ ਕੁਝ ਉਸ ਨੂੰ ਇੱਕ ਉਸ ਦਰਸ਼ਨ ਦੇ ਵਿੱਚੋਂ, ਜਿਸ ਲਈ ਉਹ ਪ੍ਰਭੂ ਦੇ ਸਾਹਮਣੇ ਖੜਾ ਆ, ਉਸ ਨੂੰ ਇਹ ਪ੍ਰਾਪਤ ਹੋ ਰਿਹਾ। ਜਾਂ ਮੇਰੇ ਲੋਕਾਂ ਨੂੰ ਇਹ ਸੰਦੇਸ਼ ਦੇ, ਜਾਂ ਹੁਣ ਤੂੰ ਆਪਣੇ ਸੰਦੇਸ਼ ਨੂੰ ਬਦਲ ਕਿ ਪ੍ਰਭੂ ਪਰਮੇਸ਼ਰ ਨੇ ਉਹਨਾਂ ਨੂੰ ਜਾਣੇਗਾ, ਪ੍ਰਭੂ ਪਰਮੇਸ਼ਰ ਉਹਨਾਂ ਦੇ ਕੋਲ ਆਏਗਾ, ਪ੍ਰਭੂ ਪਰਮੇਸ਼ਰ ਆਪਣੀ ਸ਼ਾਂਤੀ ਲੈ ਕੇ ਉਹਨਾਂ ਦੇ ਕੋਲ ਆਏਗਾ, ਪ੍ਰਭੂ ਪਰਮੇਸ਼ਰ ਆਪਣੀ ਤਾਕਤ ਲੈ ਕੇ ਉਹਨਾਂ ਕੋਲ ਆਏਗਾ। Who knew? ਕਿਹਨੇ ਵਿਸ਼ਵਾਸ ਕਰਨਾ ਸੀ? ਉਹਨਾਂ ਦੇ ਮੰਦਿਰਾਂ ਤੇ ਕਬਜ਼ਾ ਰੋਮ ਦਾ, ਉਹਨਾਂ ਦੇ ਕਿਲਿਆਂ ਤੇ ਕਬਜ਼ਾ ਰੋਮ ਦਾ, ਉਹਨਾਂ ਦਾ ਜਿਹੜਾ ਰਾਜਾ ਬੇਸਿਕਲੀ ਇੱਕ ਜਮੂਰਾ ਆ, ਹੋਰ ਕੁਛ ਨਹੀਂ, ਪਪਟ ਕਿੰਗ ਆ। ਉਹ ਰਾਜ ਜਿਹੜਾ ਆ ਉਹ ਰੋਮ ਦਾ ਆ। ਕੋਈ ਬੋਲ ਨਹੀਂ ਸਕਦਾ। ਦਿਨ ਦਿਹਾੜੇ ਉਹ ਲੋਕਾਂ ਨੂੰ ਸਲੀਬ ਤੇ ਚੜਾ ਦਿੰਦੇ ਸੀਗੇ। ਉਹ ਸਲੀਬ ਤੇ ਲੋਕਾਂ ਨੂੰ ਇਸ ਕਰਕੇ ਚੜਾਉਂਦੇ ਸੀ ਕਿ ਪਤਾ ਲੱਗੇ ਕਿ ਇਹਦੀ ਸਜ਼ਾ ਉੱਤੇ ਸਜ਼ਾ ਲਿਖ ਕੇ ਲਾਈ ਹੁੰਦੀ ਸੀ, ਇਹਦੀ ਇਹ ਸਜ਼ਾ ਹੈ, ਇਸ ਕਰਕੇ ਤਾਂ ਕਿ ਲੋਕ ਉਸ ਨੂੰ ਦੇਖ ਕੇ ਲੰਘਣ ਔਰ ਦੇਖਣ ਕਿ ਇਸ ਬੰਦੇ ਨੂੰ ਕਿਉਂ ਸਜ਼ਾ ਮਿਲੀ। ਉਦਾਂ ਦੇ ਸਮੇਂ ਦੇ ਵਿੱਚ ਇਹਨੂੰ ਕੌਣ ਮੰਨ ਸਕਦਾ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਹੋਏਗਾ? ਪਰ ਪ੍ਰਭੂ ਦੀ ਸ਼ਕਤੀ ਨਾ ਕਦੀ ਮੁੱਕਦੀ ਆ, ਨਾ ਕਦੀ ਘਟਦੀ ਆ। ਉਹਦੀ ਤਾਕਤ ਠੀਕ ਸਮੇਂ ਸਿਰ ਸਾਡੇ ਨਾਲ ਹੁੰਦੀ ਆ। ਔਰ ਇਸ ਕਰਕੇ ਉਹ ਕਹਿ ਰਿਹਾ ਕਿ 7ਵੀਂ ਆਇਤ, ਉਸ ਦੀ ਸ਼ਾਹੀ ਸ਼ਕਤੀ ਹਮੇਸ਼ਾ ਵੱਧਦੀ ਜਾਵੇਗੀ, ਉਸ ਦੇ ਰਾਜ ਦੇ ਵਿੱਚ ਹਮੇਸ਼ਾ ਸ਼ਾਂਤੀ ਰਹੇਗੀ। ਉਹ ਰਾਜਾ ਦਾਊਦ ਦੀ ਰਾਜ ਗੱਦੀ ਦਾ ਉੱਤਰਾਧਿਕਾਰੀ ਹੋਵੇਗਾ। ਉਸ ਦੀ ਰਾਜ ਦੀ ਸ਼ਕਤੀ ਦਾ ਆਧਾਰ ਹੁਣ ਤੋਂ ਲੈ ਕੇ ਅੰਤ ਤੱਕ ਭਲਾਈ ਅਤੇ ਨਿਆਂ ਹੋਏਗਾ ਅਤੇ ਸਰਵ ਸ਼ਕਤੀਮਾਨ ਪ੍ਰਭੂ ਇਹ ਆਪ ਸਭ ਕਰੇਗਾ। He will do it himself. ਪ੍ਰਭੂ ਆਪ ਸਭ ਕੁਛ ਇਹ ਕਰੇਗਾ। ਔਰ ਅਸੀਂ ਕੀ ਦੇਖਦੇ ਪਏ ਹਾਂ ਕਿ ਪ੍ਰਭੂ ਯਿਸੂ ਮਸੀਹ ਜੋ ਉਸ ਛੋਟੇ ਜਿਹੇ ਸ਼ਹਿਰ ਬੈਤਲਹਮ ਦੇ ਵਿੱਚ ਆਏ, ਜਿਨ੍ਹਾਂ ਦਾ ਜਨਮ ਹੋਇਆ, ਨਾਜ਼ਰੇਥ ਦੇ ਵਿੱਚ ਉਹ ਪਲੇ ਆ, ਔਰ ਉੱਥੋਂ 12 ਚੇਲੇ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਉਹਨਾਂ ਨੂੰ ਫੜਾ ਦਿੱਤਾ ਤੇ 11 ਦੌੜ ਗਏ ਔਰ ਲੁਕੇ ਹੋ ਜਾ ਕੇ। ਪ੍ਰਭੂ ਨੇ ਉਹਨਾਂ ਨੂੰ ਲਿਆ, ਉਹਨਾਂ ਹੀ 11 ਨੂੰ ਲਿਆ, ਉਹਨਾਂ ਨੂੰ ਲੈ ਕੇ ਸੰਤ ਪੌਲ ਫਿਰ ਉਹਨਾਂ ਦੇ ਵਿੱਚ ਆਇਆ ਔਰ ਉਹਨਾਂ ਨੇ ਇੱਕ ਆਪਣੇ ਲਈ ਹੋਰ ਵੀ ਚੁਣ ਲਿਆ ਸੀਗਾ, ਪਰ ਸੰਤ ਪੌਲ ਨੂੰ ਪ੍ਰਭੂ ਨੇ ਚੁਣਿਆ ਸੀ। ਉਹਨਾਂ ਨੂੰ ਲੈ ਕੇ ਪ੍ਰਭੂ ਨੇ ਸਾਰੀ ਦੁਨੀਆ ਬਦਲ ਕੇ ਰੱਖ ਦਿੱਤੀ। ਇਹ ਹੋ ਸਕਦਾ ਸੀ?
ਉਹ ਕਹਿੰਦਾ ਪ੍ਰਭੂ ਆਪ ਕਰੇਗਾ। ਪ੍ਰਭੂ ਆਪ ਆਪਣੀ ਸਾਡੀ ਜ਼ਿੰਦਗੀ ਦੀਆਂ, ਮੇਰੀ ਜ਼ਿੰਦਗੀ ਦੀਆਂ ਜਿਹੜੀਆਂ ਜ਼ਰੂਰਤਾਂ, ਇਹ ਮੇਰੇ ਪ੍ਰਭੂ ਨੇ ਮੈਨੂੰ ਕਿਹਾ ਹੈ ਕਿ ਤੂੰ ਮੇਰੇ ਤੇ ਭਰੋਸਾ ਰੱਖ, ਮੇਰੇ ਤੇ ਯਕੀਨ ਕਰ, ਇਹ ਮੈਂ ਆਪ ਕਰੂੰਗਾ। ਔਰ ਧੰਨ ਉਹ ਇਨਸਾਨ ਜਿਹਦਾ ਪ੍ਰਭੂ ਉਹਦੇ ਲਈ ਕਰਦਾ ਪਿਆ, ਜਿਹਦਾ ਪ੍ਰਭੂ ਉਹਦੇ ਲਈ ਕਰਦਾ ਪਿਆ। ਇਹ ਹੈ ਸ਼ੁਭ ਸਮਾਚਾਰ। ਸ਼ੁਭ ਸਮਾਚਾਰ ਇਹ ਆ ਕਿ ਪ੍ਰਭੂ ਨੇ ਸਾਡੇ ਲਈ ਇੱਕ ਬਾਲਕ, ਇੱਕ ਪੁੱਤਰ ਸਾਨੂੰ ਦਿੱਤਾ, ਔਰ ਉਸ ਪੁੱਤਰ ਦੇ ਵਿੱਚ ਉਸਨੇ ਉਹ ਸਾਰਾ ਕੁਝ ਸਾਨੂੰ ਦਿੱਤਾ ਜਿਹਦੇ ਵਿੱਚ ਸਭ ਕੁਝ ਸਮਾਇਆ ਹੈ, ਜਿਸ ਦੇ ਵਿੱਚ ਮੇਰੇ ਤਨ, ਮਨ, ਆਤਮਾ ਦੀਆਂ ਜ਼ਰੂਰਤਾਂ ਸਮਾਈਆਂ, ਜਿਸ ਦੇ ਵਿੱਚ ਮੇਰੀ ਮੁਕਤੀ ਸਮਾਈ ਹੋਈ, ਜਿਸ ਦੇ ਵਿੱਚ ਮੇਰਾ ਜੋ ਪਿਆਰ ਆ, ਜਿਹੜਾ ਪ੍ਰਭੂ ਦਾ ਪਿਆਰ ਆ, ਉਹ ਸਮਾਇਆ ਆ, ਪ੍ਰਭੂ ਦੀ ਸ਼ਾਂਤੀ ਸਮਾਈ ਹੋਈ। ਯਾਦ ਰੱਖੋ, ਇਹ ਨਹੀਂ ਕਿ ਮੈਂ ਸ਼ਾਂਤ ਨਹੀਂ, ਕਿਉਂਕਿ ਸ਼ਾਂਤੀ ਪ੍ਰਭੂ ਦੀ ਹੈ ਜਿਹੜੀ ਉਹ ਸਾਨੂੰ ਦਿੰਦਾ। ਔਰ ਪ੍ਰਭੂ ਨੇ ਇਹ ਜਿਹੜਾ ਸਾਨੂੰ ਵਚਨ ਪ੍ਰਭੂ ਦਾ ਮਿਲਿਆ, ਉਹ ਅਸੀਂ ਦੇਖਦੇ ਪਏ ਹਾਂ। ਔਰ ਫਿਰ ਇੱਕ ਅੱਗੇ ਥੋੜ੍ਹਾ ਜਿਹਾ ਅੱਗੇ ਜਾਵਾਂਗੇ 12ਵੇਂ ਪਾਠ ਦੇ ਵਿੱਚ। ਪਹਿਲਾਂ 11ਵਾਂ ਭਾਵ ਦੇ ਵਿੱਚ, 11ਵੇਂ ਭਾਵ ਦੀਆਂ ਪਹਿਲੀਆਂ 9 ਆਇਤਾਂ ਦੇਖਦੇ ਹਾਂ। ਔਰ ਉਹ ਜਾਰੀ ਆ, ਸਾਰਾ ਕੁਝ ਜਾਰੀ ਆ ਕਿ ਪ੍ਰਭੂ ਕੀ ਕਰੇਗਾ। ਯੱਸੀ ਅਰਥਾਤ ਦਾਊਦ ਦਾ ਵੰਸ਼ ਇੱਕ ਵੱਡੇ ਰੁੱਖ ਦੇ ਟੁੰਡ ਦੇ ਵਾਂਗ ਹੋਵੇਗਾ, ਜਿਸ ਤੋਂ ਨਵੀਆਂ ਟਾਹਣੀਆਂ ਪੁੰਗਰਨੀਆਂ ਸ਼ੁਰੂ ਹੋਣ। ਇਸ ਲਈ ਉਸੇ ਤਰ੍ਹਾਂ ਦਾਊਦ ਦੇ ਵੰਸ਼ ਵਿੱਚੋਂ ਇੱਕ ਰਾਜਾ ਜਨਮ ਲਵੇਗਾ। ਪ੍ਰਭੂ ਦਾ ਆਤਮਾ ਉਸ ਨੂੰ ਸਮਝ ਅਤੇ ਗਿਆਨ ਦੇਵੇਗਾ। ਉਹ ਉਸ ਨੂੰ ਰਾਜ ਕਰਨ ਦੀ ਬੁੱਧੀ ਅਤੇ ਬਲ ਦੇਵੇਗਾ। ਉਹ ਉਸ ਨੂੰ ਪ੍ਰਭੂ ਦਾ ਗਿਆਨ ਅਤੇ ਡਰ ਦੇਵੇਗਾ। ਉਸ ਦੀ ਖੁਸ਼ੀ ਪ੍ਰਭੂ ਦਾ ਡਰ ਰੱਖਣ ਦੇ ਵਿੱਚ ਹੋਵੇਗੀ। ਉਹ ਰਾਜਾ ਨਾ ਬਾਹਰੀ ਰੂਪ ਨੂੰ ਦੇਖ ਕੇ ਤੇ ਨਾ ਕੇਵਲ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਨਿਆਂ ਕਰੇਗਾ, ਸਗੋਂ ਗਰੀਬਾਂ ਨੂੰ ਪੂਰਾ ਸੱਚਾ ਨਿਆਂ ਦੇਵੇਗਾ ਅਤੇ ਬੇਸਹਾਰਿਆਂ ਦੀ ਰੱਖਿਆ ਕਰੇਗਾ। ਉਸ ਦੇ ਹੁਕਮ ਨਾਲ ਲੋਕਾਂ ਨੂੰ ਸਜ਼ਾ ਮਿਲੇਗੀ ਅਤੇ ਦੁਸ਼ਟ ਮਾਰੇ ਜਾਣਗੇ। ਉਸ ਦੇ ਸ਼ਾਸਨ ਦਾ ਆਧਾਰ ਸੱਚਾਈ ਅਤੇ ਵਿਸ਼ਵਾਸਯੋਗਤਾ ਹੋਏਗੀ। ਉਸ ਸਮੇਂ ਬਘਿਆੜ ਤੇ ਭੇਡ ਦੋਵੇਂ ਇਕੱਠੇ ਰਹਿਣਗੇ। ਚੀਤਾ ਤੇ ਬੱਕਰੀ ਦੇ ਬੱਚੇ ਕੋਲ ਸੌਣਗੇ। ਜਵਾਨ ਸ਼ੇਰ ਘਰੇਲੂ ਪਸ਼ੂ ਇਕੱਠੇ ਚਾਰਾ ਖਾਣਗੇ ਅਤੇ ਉਹਨਾਂ ਦੀ ਦੇਖਭਾਲ ਇੱਕ ਛੋਟਾ ਮੁੰਡਾ ਕਰੇਗਾ। ਗਾਂ ਤੇ ਰਿਛਣੀਆਂ ਇਕੱਠੀਆਂ ਚਰਨਗੀਆਂ ਅਤੇ ਉਹਨਾਂ ਦੇ ਬੱਚੇ ਮਿਲ ਕੇ ਖੇਲਣਗੇ ਅਤੇ ਬੱਬਰ ਸ਼ੇਰ ਵੀ ਘਾਹ ਖਾਵੇਗਾ। ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਕੋਲ ਖੇਲੇਗਾ ਅਤੇ ਨਾਗ ਦੀ ਖੁੱਡ ਵਿੱਚ ਹੱਥ ਪਾਵੇਗਾ, ਜੋ ਉਸ ਦਾ ਕੋਈ ਨੁਕਸਾਨ ਨਹੀਂ ਕਰੇਗਾ। ਉਸ ਸਮੇਂ ਪਰਮੇਸ਼ਰ ਦੇ ਪਵਿੱਤਰ ਪਹਾੜ ਸਿਯੋਨ ਉੱਤੇ ਕੁਝ ਵੀ ਹਾਨੀਕਾਰਕ ਜਾਂ ਦੁਸ਼ਟਤਾ ਨਾ ਹੋਵੇਗੀ ਅਤੇ ਧਰਤੀ ਉਸ ਸਮੇਂ ਪ੍ਰਭੂ ਦੇ ਗਿਆਨ ਦੇ ਨਾਲ ਉਸੇ ਤਰ੍ਹਾਂ ਭਰੀ ਹੋਵੇਗੀ ਜਿਸ ਤਰ੍ਹਾਂ ਸਾਗਰ ਪਾਣੀ ਦੇ ਨਾਲ ਭਰਿਆ ਹੁੰਦਾ ਹੈ। ਦੇਖੋ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਇਹ ਸਾਨੂੰ ਆਉਣ ਵਾਲੇ ਸਮੇਂ ਦੇ ਵੱਲ ਨੂੰ ਦਿਖਾਇਆ ਜਾ ਰਿਹਾ, ਇਹ ਸਾਨੂੰ ਘਰ ਦਿਖਾਇਆ ਜਾ ਰਿਹਾ। ਇਹ ਸਾਰਾ ਕਿਸ ਕਰਕੇ ਹੋਏਗਾ? ਇਹ ਸਾਰਾ ਯੱਸੀ ਦੇ ਕਬੀਲੇ ਦੇ, ਯੱਸੀ ਦੇ ਘਰਾਣੇ ਦੇ ਵਿੱਚ, ਅਰਥਾਤ ਦਾਊਦ ਦੇ ਵੰਸ਼ ਦੇ ਵਿੱਚ ਇੱਕ ਰਾਜਾ ਜੰਮੇਗਾ। ਔਰ ਉਹ ਕੌਣ ਆ? ਉਹ ਪ੍ਰਭੂ ਯਿਸੂ ਮਸੀਹ ਹੈ। ਅੱਗੇ ਜਾ ਕੇ ਦੇਖਦੇ ਹਾਂ। ਇਹ ਸਾਰੀਆਂ ਚੀਜ਼ਾਂ ਦੇ ਵੱਲ ਸਾਡਾ ਜਿਸ ਲਈ ਧਿਆਨ ਜਾਂਦਾ, ਅਤੇ ਇਹ ਸਭ ਕੁਛ, ਸਾਰੀਆਂ ਚੀਜ਼ਾਂ ਦੀ ਜਿਹੜੀ ਸਾਨੂੰ ਪ੍ਰਾਪਤੀ ਹੋਈ ਆ ਔਰ ਜੋ ਇਸ ਨਬੀ ਨੂੰ ਦਿਖਾਇਆ ਜਾ ਰਿਹਾ, ਇਹ ਸਾਡੀ ਉਹ ਸ਼ੁਭ ਸਮਾਚਾਰ ਜਿਹੜਾ ਆ, ਇਹ 700 ਸਾਲ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਇਹ ਸਾਰਾ ਪ੍ਰਾਪਤ ਹੋ ਰਹੀਆਂ ਚੀਜ਼ਾਂ। ਦੇਖੋ ਜਿਸ ਲਈ ਪ੍ਰਭੂ ਦਿਆਲੂ ਹੁੰਦਾ ਤੇ ਕਿਸ ਤਰ੍ਹਾਂ ਹੁੰਦਾ।
ਇਹ ਸਾਰਾ ਕੁਝ ਪ੍ਰਭੂ ਨੇ ਸਾਡੇ ਲਈ ਰੱਖਿਆ। ਔਰ ਉਸ ਤੋਂ ਬਾਅਦ ਇੱਕ ਧੰਨਵਾਦੀ ਗੀਤ ਜਿਹੜਾ ਇਸ ਦਾ ਦੇਖਦੇ ਹਾਂ, ਔਰ ਫਿਰ ਇਸ ਦੇ ਨਾਲ ਅਸੀਂ ਮੱਤੀ ਦੇ ਵਿੱਚ ਜਾ ਕੇ ਥੋੜ੍ਹੀਆਂ ਜਿਹੀਆਂ ਆਇਤਾਂ ਦੇਖਦੇ ਹਾਂ। ਇੱਕ ਦਿਨ ਆ ਰਿਹਾ ਹੈ ਜਦੋਂ ਲੋਕ ਇਸ ਤਰ੍ਹਾਂ ਗਾਉਣਗੇ, ਮੈਂ 12ਵੇਂ ਭਾਵ ਦੇ ਵਿੱਚ ਹਾਂ। ਇੱਕ ਦਿਨ ਆ ਰਿਹਾ ਹੈ ਜਦੋਂ ਲੋਕ ਇਸ ਤਰ੍ਹਾਂ ਗਾਉਣਗੇ, ਪ੍ਰਭੂ ਮੈਂ ਤੇਰੀ ਮਹਿਮਾ ਕਰਦਾ ਹਾਂ, ਪ੍ਰਭੂ ਮੈਂ ਤੇਰੀ ਮਹਿਮਾ ਕਰਦਾ ਹਾਂ। ਤੂੰ ਮੇਰੇ ਨਾਲ ਕ੍ਰੋਧਿਤ ਸਾਂ, ਪਰ ਹੁਣ ਤੂੰ ਮੈਨੂੰ ਭਲਾਈ ਦਿੰਦਾ ਹੈ ਅਤੇ ਮੇਰੇ ਨਾਲ ਗੁੱਸੇ ਨਹੀਂ ਹੈ। ਪਰਮੇਸ਼ਵਰ ਮੇਰਾ ਮੁਕਤੀ ਦਾਤਾ ਹੈ, ਮੈਂ ਉਸ ਉੱਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ, ਉਹ ਮੈਨੂੰ ਸ਼ਕਤੀ ਦਿੰਦਾ ਹੈ। ਦੇਖੋ ਇਸ ਗੁੱਡ ਨਿਊਜ਼ ਦੇ ਇਸ ਸ਼ੁਭ ਸਮਾਚਾਰ ਦੇ ਵਿੱਚ ਸਾਨੂੰ ਮਿਲ ਕੀ ਰਿਹਾ? ਉਹ ਮੈਨੂੰ ਸ਼ਕਤੀ ਦਿੰਦਾ ਹੈ। ਅੱਗੇ ਦੇਖੋ, ਅਤੇ ਉਹ ਮੇਰੀ ਖੁਸ਼ੀ ਦਾ ਸੋਮਾ ਹੈ, ਉਹ ਮੇਰਾ ਮੁਕਤੀ ਦਾਤਾ ਹੈ। ਜਿਸ ਤਰ੍ਹਾਂ ਤਿਹਾਏ ਨੂੰ ਚਸ਼ਮੇ ਦੇ ਪਾਣੀ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ, ਉਸੇ ਤਰ੍ਹਾਂ ਪਰਮੇਸ਼ਵਰ ਦੇ ਲੋਕ ਉਸ ਸਮੇਂ ਖੁਸ਼ ਹੁੰਦੇ ਹਨ ਜਦੋਂ ਉਹ ਉਹਨਾਂ ਦਾ ਬਚਾਅ ਕਰਦਾ ਹੈ। ਇੱਕ ਦਿਨ ਆ ਰਿਹਾ ਹੈ ਜਦੋਂ ਲੋਕ ਇਸ ਤਰ੍ਹਾਂ ਗਾਉਣਗੇ, ਪ੍ਰਭੂ ਦਾ ਧੰਨਵਾਦ ਕਰੋ, ਆਪਣੇ ਬਚਾਅ ਦੇ ਲਈ ਉਸ ਦੇ ਨਾਂ ਨੂੰ ਜਪੋ, ਉਸ ਦੇ ਕੀਤੇ ਕੰਮਾਂ ਬਾਰੇ ਸਭ ਕੌਮਾਂ ਨੂੰ ਦੱਸੋ ਅਤੇ ਉਸ ਉੱਤੇ ਉਸ ਦੇ ਨਾਂ ਦੀ ਵਡਿਆਈ ਨੂੰ ਪ੍ਰਗਟ ਕਰੋ। ਪ੍ਰਭੂ ਦੀ ਮਹਿਮਾ ਕਰੋ ਕਿਉਂਕਿ ਉਸਨੇ ਮਹਾਨ ਕੰਮ ਕੀਤੇ ਹਨ। ਸਭ ਸੰਸਾਰ ਨੂੰ ਇਹ ਸਮਾਚਾਰ ਦੇਵੋ, ਸਿਓਨ ਦੇ ਸਭ ਨਿਵਾਸੀਓ ਤੁਸੀਂ ਖੁਸ਼ੀ ਦੇ ਨਾਅਰੇ ਮਾਰੋ, ਗੀਤ ਗਾਓ। ਇਜ਼ਰਾਈਲ ਦਾ ਪਰਮੇਸ਼ਵਰ ਮਹਾਨ ਹੈ ਅਤੇ ਉਹ ਆਪਣੇ ਲੋਕਾਂ ਦੇ ਵਿਚਕਾਰ ਰਹਿੰਦਾ ਹੈ। ਉਹ ਆਪਣੇ ਲੋਕਾਂ ਦੇ ਵਿਚਕਾਰ ਰਹਿੰਦਾ ਹੈ। ਸਾਡਾ ਪ੍ਰਭੂ ਮੰਦਿਰਾਂ ਦੇ ਵਿੱਚ ਨਹੀਂ ਛੁਪਿਆ ਹੈ। ਸਾਡਾ ਪ੍ਰਭੂ ਮੰਦਿਰਾਂ 'ਚ ਨਹੀਂ ਛੁਪਿਆ ਹੈ। ਇਹ ਚਰਚ ਉਨੇ ਸਮੇਂ ਤੱਕ ਜਦੋਂ ਪ੍ਰਭੂ ਦੇ ਲੋਕ ਇੱਥੇ ਆ, ਉਸ ਤੋਂ ਬਾਅਦ ਇਹ ਬਿਲਡਿੰਗ ਆ। ਜਿੰਨੀ ਦੇਰ ਤੱਕ ਪ੍ਰਭੂ ਦੇ ਲੋਕ ਇੱਥੇ ਆ, ਪ੍ਰਭੂ ਦੀ ਹਜ਼ੂਰੀ ਇੱਥੇ ਆ, ਤੇ ਚਰਚ ਆ। ਜਿਸ ਵੇਲੇ ਪ੍ਰਭੂ ਦੇ ਲੋਕ ਜਾਂਦੇ ਤਾਂ ਪ੍ਰਭੂ ਉਹਨਾਂ ਦੇ ਨਾਲ ਚਲਿਆ ਜਾਂਦਾ, ਕਿਉਂਕਿ ਪ੍ਰਭੂ ਨੇ ਇੱਕ ਮੰਦਿਰ ਇੱਥੇ ਵੀ ਬਣਾਇਆ ਹੈ। ਇੱਕ ਮੰਦਿਰ ਉਸਨੇ ਇੱਥੇ ਵੀ ਬਣਾਇਆ ਹੈ। ਉਹ ਇੱਥੇ ਪਿੱਛੇ ਨਹੀਂ ਰਹਿ ਜਾਂਦਾ, ਉਹ ਸਾਡੇ ਨਾਲ ਚੱਲਦਾ, ਉਹ ਸਾਡੇ ਨਾਲ ਸਾਡਿਆਂ ਘਰਾਂ ਨੂੰ ਜਾਂਦਾ। ਉਹ ਆਪਣੀ ਜਿਹੜਾ ਉਸਨੇ ਕਿਹਾ ਸੀ ਕਿ ਉਸਦੀ ਮਹਿਮਾ ਕਰੋ ਕਿ ਉਹ ਆਪ ਸਾਡੇ ਭਾਰੇ ਜੂਲੇ ਨੂੰ ਤੋੜੇਗਾ, ਸਾਡਾ ਭਾਰ ਚੁੱਕੇਗਾ, ਸਾਨੂੰ ਸ਼ਾਂਤੀ ਦੇਵੇਗਾ। ਇਹ ਸ਼ੁਭ ਸਮਾਚਾਰ 700 ਸਾਲ ਪਹਿਲਾਂ, ਮਸੀਹ ਦੇ ਜਨਮ ਤੋਂ 700 ਸਾਲ ਪਹਿਲਾਂ ਪ੍ਰਭੂ ਨੇ ਯਸਾਇਆ ਨਬੀ ਤੇ ਪ੍ਰਗਟ ਕੀਤਾ ਸੀ। ਔਰ ਇਹ ਹੈ ਖੁਸ਼ਖਬਰੀ ਕਿ ਹਨੇਰੇ ਦੇ ਵਿੱਚ ਰਹਿਣ ਵਾਲੇ ਲੋਕ, ਦੁੱਖਾਂ ਦੇ ਭਾਰ ਥੱਲੇ ਦੱਬਿਓ ਲੋਕ, ਜਿਨ੍ਹਾਂ ਦਾ ਕੋਈ ਨਹੀਂ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਜਿਨ੍ਹਾਂ ਨੂੰ ਖੱਬਿਓਂ ਸੱਜਿਓਂ ਅੱਗਿਓਂ ਪਿੱਛੋਂ ਉੱਪਰੋਂ ਥੱਲਿਓਂ ਸਿਵਾਏ ਦੁੱਖਾਂ ਤੋਂ ਹੋਰ ਕੁਛ ਨਹੀਂ ਪ੍ਰਾਪਤ ਹੋ ਰਿਹਾ, ਜਿਨ੍ਹਾਂ ਨੂੰ ਕੋਈ ਉਮੀਦ ਨਹੀਂ, ਬੇਉਮੀਦੇ, ਉਹਨਾਂ ਦੇ ਲਈ ਪ੍ਰਭੂ ਆ ਰਿਹਾ। ਉਹਨਾਂ ਦੇ ਲਈ ਪ੍ਰਭੂ ਦਾ ਆਪਣਾ ਪੁੱਤਰ ਆ ਰਿਹਾ। ਉਹ ਇੱਕ ਪੁੱਤਰ ਸਾਨੂੰ ਪੁੱਤਰ ਦੇਵੇਗਾ ਜੋ ਸਾਡੇ ਵਿੱਚ ਰਹੇਗਾ, ਜੋ ਸਾਡੇ ਨਾਲ ਰਹੇਗਾ, ਜੋ ਸਾਡੇ ਅੰਦਰ ਰਹੇਗਾ। ਇਸ ਲਈ ਉਹ ਸਾਡੇ ਵਿੱਚ ਆ। ਜਦੋਂ ਅਸੀਂ ਜਾਣਾ, ਉਸਨੇ ਸਾਡੇ ਨਾਲ ਜਾਣਾ। ਔਰ ਜਦੋਂ ਅਸੀਂ ਘਰਾਂ ਦੇ ਵਿੱਚ ਹੋਣਾ, ਆਪਣੇ ਆਪਣੇ ਕੰਮ ਕਰਦੇ ਹੋਣਾ, ਆਪਣੀਆਂ ਸੋਚਾਂ ਦੇ ਵਿੱਚ ਹੋਣਾ, ਤੇ ਉਸਨੇ ਸਾਨੂੰ ਆਪਣੀ ਆਤਮਾ ਦੇ ਨਾਲ ਸਾਨੂੰ ਅੰਦਰੋਂ ਉਸਨੇ ਦੱਸਣਾ ਕਿ ਨਹੀਂ, ਆਹ ਤੇਰੇ ਲਈ ਨਹੀਂ, ਆਹ ਤੇਰੇ ਲਈ ਨਹੀਂ, ਇਸ ਰਸਤੇ ਤੇ ਚੱਲ, ਰੁਕ ਜਾ, ਨਾ ਬੋਲ, ਗੁੱਸਾ ਨਾ ਕਰ, ਨਾ ਜਵਾਬ ਦੇ। ਬਹੁਤੀਆਂ ਚੀਜ਼ਾਂ ਨਾਂ ਦੇ ਵਿੱਚ ਹੁੰਦੀਆਂ, ਕਿਉਂਕਿ ਇਹ ਸਾਡਾ ਪਾਪ ਆ ਨਾ। ਮੈਂ ਨਾ ਇਸ ਕਰਕੇ ਬਹੁਤੀਆਂ ਚੀਜ਼ਾਂ ਨਾਂ 'ਚ ਕਹਿ ਰਿਹਾ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਐਸੀਆਂ ਨੂੰ ਹਾਂ ਕਰਦੇ ਹਾਂ ਜਿਹੜੀਆਂ ਸਾਡੇ ਲਈ ਭਲੀਆਂ ਨਹੀਂ। ਇਸ ਕਰਕੇ ਪ੍ਰਭੂ ਨੇ ਵੀ ਜਿਸ ਵੇਲੇ 10 ਕਮੈਂਡਮੈਂਟਸ ਦਿੱਤੀਆਂ ਸੀ, ਤੇ ਉਹਨਾਂ ਦੇ ਵਿੱਚੋਂ ਜਿਹੜੀਆਂ 10 ਕਮੈਂਡਮੈਂਟਸ ਸੀਗੀਆਂ, ਉਹਨਾਂ ਦੇ ਵਿੱਚੋਂ ਜਿਹੜੀਆਂ 9 ਸੀਗੀਆਂ ਨਾ,
ਉਹ ਨਾਂ ਦੇ ਵਿੱਚ ਸੀ ਕਿ ਆ ਨਾ ਕਰ ਤੇ ਆ ਨਾ ਕਰ ਤੇ ਆ ਨਾ ਕਰ ਤੇ ਆ ਨਾ ਕਰ ਤੇ ਆ ਨਾ ਕਰ। ਇੱਕੋ ਚੀਜ਼ ਹੀ ਹਾਂ ਦੇ ਵਿੱਚ ਸੀਗੀ ਕਿ ਤੂੰ ਸਬਤ ਦੇ ਦਿਨ ਨੂੰ ਪ੍ਰਭੂ ਦੇ ਘਰ ਆਉਣਾ, ਇਹਨੂੰ ਮਨਾਉਣਾ। ਬਾਕੀ ਸਭ ਕੁਝ ਨਾਂ ਦੇ ਵਿੱਚ ਹੀ ਹੈ। ਔਰ ਪ੍ਰਭੂ ਦਾ ਸ਼ੁਕਰ ਆ ਕਿ ਉਹ ਸਿਰਫ ਇਹ ਨਹੀਂ ਕਹਿੰਦਾ ਕਿ ਤੂੰ ਨਾ ਕਰ, ਉਹ ਨਾ ਕਰਨ ਦੀ ਤਾਕਤ ਵੀ ਦਿੰਦਾ। ਕਿਉਂਕਿ ਪਾਪ ਤੋਂ ਸਾਨੂੰ ਕਿੱਦਾਂ ਬਚਾਉਂਦਾ? ਉਹ ਸਾਨੂੰ ਪਾਪ ਕਰਨ ਤੋਂ ਬਚਾਉਂਦਾ। ਉਹ ਪਾਪ ਕਰਨ ਤੋਂ ਬਚਾਉਂਦਾ। ਕੀ ਸਾਡੇ ਕੋਲ ਇੱਧਰ ਉੱਧਰ ਸਲਿੱਪ ਹੋ ਜਾਂਦੇ ਅਸੀਂ ਜਾਂ ਹੋ ਜਾਂਦੇ ਆ? ਉਹ ਮਨੁੱਖਤਾ ਜਾਂਦੀ ਨਹੀਂ ਅੰਦਰੋਂ, ਸੰਪੂਰਨ ਨਹੀਂ ਗੇ ਪਰ ਅਪੂਰਨ ਵੀ ਨਹੀਂ ਗੇ। ਜੇ ਅਸੀਂ ਸੰਪੂਰਨ ਨਹੀਂ ਹਾਲੇ ਤੇ ਅਪੂਰਨ ਵੀ ਨਹੀਂ ਗੇ। ਇੱਕ ਮਾਰਗ ਦੇ ਉੱਤੇ ਉਹ ਲੈ ਕੇ ਚੱਲਿਆ ਆ, ਉਸ ਦੇ ਵਿੱਚ ਉਹ ਸਾਨੂੰ ਬਣਾ ਰਿਹਾ। ਜਿਸ ਤਰ੍ਹਾਂ ਕਿ ਮਾਂ ਆਪਣੀ ਧੀ ਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦੀ ਆ ਔਰ ਉਸਨੂੰ ਕਹਿੰਦੀ ਕਿ ਤੂੰ ਸਹੁਰਿਆਂ ਦੇ ਘਰ ਜਾਣਾ, ਤੇਰੀਆਂ ਰੋਟੀਆਂ ਸਾਰੀਆਂ ਬਿੰਗੀਆਂ ਆ, ਤੇਰੀ ਰੋਟੀ ਇੱਕ ਪਾਸਿਓਂ ਸੜੀ ਹੋਈ ਆ, ਦੂਜੇ ਪਾਸਿਓਂ ਕਿੱਦਾਂ ਕਿੱਦਾਂ ਤਿਆਰ ਕਰਦੀਆਂ। ਇਸੇ ਤਰ੍ਹਾਂ ਪਵਿੱਤਰ ਆਤਮਾ ਸਾਨੂੰ ਤਿਆਰ ਕਰਦਾ ਪਿਆ, ਸਾਨੂੰ ਤਿਆਰ ਕਰਦਾ ਪਿਆ ਘਰ ਦੇ ਲਈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਵਿੱਚ ਨਿਚੋੜ ਰਿਹਾ, ਕੱਢ ਰਿਹਾ। ਜਿੱਦਾਂ ਭਰਾ ਨੇ ਕਿਹਾ, ਮੈਨੂੰ ਗੁੱਸਾ ਨਹੀਂ ਆਉਂਦਾ, ਮੈਂ ਦੁਆ ਕੀਤੀ ਸੀ ਔਰ ਪ੍ਰਭੂ ਨੇ ਦੁਆ ਸੁਣੀ। ਉਸਨੇ ਵਿੱਚੋਂ ਕੁਛ ਕੱਢਿਆ। ਬਾਲਕ ਕਿਉਂ ਆਇਆ, ਪੁੱਤਰ ਕਿਉਂ ਦਿੱਤਾ ਗਿਆ? ਸਾਨੂੰ ਅੰਦਰੋਂ ਬਚਾਉਣ ਦੇ ਲਈ, ਫਿਰ ਸਾਨੂੰ ਬਾਹਰ ਤੋਂ ਬਚਾਉਣ ਦੇ ਲਈ ਔਰ ਫਿਰ ਸਾਨੂੰ ਘਰ ਪਹੁੰਚਾਉਣ ਦੇ ਲਈ। ਅਗਲੇ ਹਫ਼ਤੇ ਅਸੀਂ ਮੱਤੀ ਦੇ ਵਿੱਚੋਂ ਕੁਝ ਹਿੱਸੇ ਦੇਖਾਂਗੇ ਔਰ ਪ੍ਰਭੂ ਦੇ ਨਾਮ ਨੂੰ ਧੰਨ ਕਵਾਂਗੇ ਕਿ ਇੱਕ ਨਹੀਂ ਸਾਨੂੰ 2 ਬਾਲਕ ਦਿੱਤੇ ਗਏ ਆ। ਸੋ ਅਗਲੇ ਹਫ਼ਤੇ ਅਸੀਂ ਪਹਿਲੇ ਬਾਲਕ ਬਾਰੇ ਪੜ੍ਹਾਂਗੇ ਜੋ ਪ੍ਰਭੂ ਦੀ ਮਹਾਨਤਾ ਤੋਂ ਸਾਨੂੰ ਪ੍ਰਾਪਤ ਹੋਇਆ। ਉਸੇ ਹੀ ਸਮੇਂ ਦੇ ਵਿੱਚ ਅਸੀਂ ਮਸੀਹ ਦੇ ਬਾਰੇ ਬਹੁਤ ਦੇਖਦੇ ਹਾਂ, ਅਸੀਂ ਉਸ ਬਾਲਕ ਬਾਰੇ ਨਹੀਂ ਦੇਖਦੇ। ਅਗਲੇ ਹਫ਼ਤੇ ਅਸੀਂ ਉਸ ਬਾਲਕ ਦੇ ਬਾਰੇ ਦੇਖਾਂਗੇ। ਲੈਟ ਅਸ ਪ੍ਰੇ। ਆਓ।